ਇਹਨੂੰ ਜੀ 2-2.5 ਮਹੀਨੇ ਹੋ ਗਏ। ਇਹ ਰਾਤ ਦੇ ਸਮੇਂ ਕੰਮ ਕਰ ਰਹੇ ਸੀ, ਡੇ ਸ਼ਿਫਟ ਸੀ ਜਾਂ ਆਫਟਰਨੂਨ ਸੀ? ਡੇ ਸ਼ਿਫਟ ਸੀ, ਮਾਰਨਿੰਗ 6 ਵਜੇ ਤੋਂ ਸ਼ੁਰੂ ਹੁੰਦੇ। 6 ਵਜੇ ਤੋਂ ਲੈ ਕੇ ਅਪਰਾਧ ਜੀ ਕਿੰਨੇ ਵਜੇ ਤੱਕ? 2 ਵਜੇ ਤੱਕ। ਹਾਂਜੀ। ਓ ਦੈਟਸ ਨਾਟ ਰਾਈਟ। ਸੋ ਸਾਹਿਬ ਨੋਟ ਕਰੋ ਕਿ ਮੈਨੇਜਮੈਂਟ ਉਸ ਵੇਲੇ ਫਰਾਰ ਹੋ ਜਾਂਦੀ ਹੈ, ਜਦਕਿ ਮੈਨੇਜਮੈਂਟ ਜਿਹੜੀ ਫੈਕਟਰੀ ਦੇ ਸੁਪਰਵਾਈਜ਼ਰ ਹੈ ਜਾਂ ਇੰਨੀ ਦੂਰ ਬੈਠੇ ਕਿਸ ਹਾਲਤ ਚ ਚਲਾ ਗਿਆ ਤੇ ਵੈਰੀ ਡਿਫਿਕਲਟ। ਗੱਲ ਕਰਨ ਜਾ ਰਹੇ ਹਾਂ ਔਰ ਤੁਸੀਂ ਮੈਨੂੰ ਆਗੇ ਦਿਓਗੇ, ਟੈਲੀਕਾਸਟ ਬ੍ਰੌਡਕਾਸਟ ਕੀਤੀ ਜਾਵੇਗੀ ਆਪਣੀ ਇੰਟਰਵਿਊ। ਆਗੇ ਹੈ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਜੀ ਅਪਰਾਧ ਜੀ, ਆਪ ਜੀ ਦੀ ਕਿੰਨੀ ਉਮਰ ਹੈ ਇਸ ਵੇਲੇ? ਮੇਰੀ 27 ਸਾਲ ਭਾਈ। ਆਪ ਜੀ ਕਦੋਂ ਕੈਨੇਡਾ ਚ ਪ੍ਰਵੇਸ਼ ਕੀਤਾ? ਮੈਨੂੰ ਸਰ 2 ਸਾਲ ਹੋ ਗਏ। 2 ਸਾਲ ਹੋਏ। ਆਪ ਜੀ ਐਜੂਕੇਸ਼ਨ ਲੈਣ ਆਏ ਹੋ? ਹਾਂਜੀ। ਠੀਕ। ਜਿਸ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਹਿਲਪ੍ਰੀਤ ਦੀ, ਇਹ ਵੀ ਆਪ ਜੀ ਦੇ ਪਿੰਡ ਤੋਂ ਹੈ? ਹਾਂਜੀ, ਮੇਰਾ ਕਜ਼ਨ ਹੈ ਜੀ, ਚਾਚਾ ਜੀ ਦਾ ਬੇਟਾ। ਚਾਚਾ ਜੀ ਦਾ ਬੇਟਾ ਹੈ। ਸਾਹਿਲਪ੍ਰੀਤ ਦੇ ਪਿਤਾ ਜੀ ਦਾ ਨਾਮ? ਉਹਨਾਂ ਦੇ ਪਿਤਾ ਜੀ ਅਪਰਾਧ ਜੀ ਆਵਾਜ਼ ਨਹੀਂ ਆ ਰਹੀ। ਹਾਂਜੀ, ਇਹਨਾਂ ਦੇ ਪਿਤਾ ਜੀ ਦਾ ਨਾਮ ਮਨਜੀਤ ਸਿੰਘ ਜੀ। ਮਨਜੀਤ ਸਿੰਘ ਠੀਕ ਠਾਕ ਨੇ? ਮਨਜੀਤ ਸਿੰਘ ਹਾਂਜੀ, ਕੱਲਾ ਪੁੱਤਰ ਜਾਂ ਪੁੱਤਰ ਦੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਪਿਓ ਕਿਸ ਹਾਲਤ ਚ ਹੋ ਸਕਦਾ। ਅਪਰਾਧ ਜੀ, ਮਨਜੀਤ ਇਹਨਾਂ ਦੇ ਫਾਦਰ ਨੇ ਸਾਹਿਲਪ੍ਰੀਤ ਦੇ, ਤੇ ਮਦਰ ਦਾ ਨਾਮ ਕੀ ਹੈ? ਮਦਰ ਦਾ ਨਾਮ ਜੀ ਰਾਜਵਿੰਦਰ ਕੌਰ। ਰਾਜਵਿੰਦਰ ਕੌਰ। ਇਹ ਕੈਨੇਡਾ ਵਿੱਚ ਕਦੋਂ ਆਏ? ਕਿੰਨੇ ਮਹੀਨੇ ਪਹਿਲਾਂ ਆਏ ਸੀ ਰਾਜਵਿੰਦਰ ਤੇ ਮਨਜੀਤ ਸਿੰਘ? ਮਨਜੀਤ ਦੀ ਕਿੰਨੀ ਉਮਰ, ਸੌਰੀ ਆਪਣੇ ਸਾਹਿਲ ਦੀ ਕਿੰਨੀ ਉਮਰ, ਮਾਫ ਕਰਨਾ। ਸਾਹਿਲ ਦੀ ਉਮਰ ਜੀ 20 ਸਾਲ। ਤੁਹਾਡੀ ਆਵਾਜ਼ ਥੋੜੀ ਸਾਫ਼ ਨਹੀਂ ਆ ਰਹੀ, ਮੈਨੂੰ ਸਾਫ਼ ਆਵਾਜ਼ ਦਿਓ ਕਿ ਸਪੀਕਰ ਨੂੰ ਆਫ ਕਰ ਲਓ। ਹਾਂਜੀ, 20 ਸਾਲ ਦੀ ਉਮਰ। ਹਾਂ, ਹੈਡਫੋਨ ਦੀ ਵਰਤੋਂ ਨਾ ਕਰੋ। 20 ਸਾਲ ਦੀ ਉਮਰ ਵਿੱਚ ਆਪਣੀ ਮਾਤਾ ਜੀ ਦੇ ਨਾਲ ਇੱਥੇ ਆਉਂਦਾ, ਤਾਂ ਇਹਨਾਂ ਦੇ ਫਾਦਰ ਇੰਡੀਆ ਨੇ, ਉਹ ਨਹੀਂ ਨਾਲ ਆਏ? ਨਹੀਂ, ਉਹ ਨਹੀਂ ਜੀ ਆਏ। ਆਈ ਸੀ। ਸੋ ਇਹ ਆਪਣੀ ਮਾਤਾ ਜੀ ਦੇ ਨਾਲ ਕੈਨੇਡਾ ਵਿਜ਼ਟਰ ਆਏ ਸੀ, ਫਿਰ ਸੈਰ ਕਰਨਾ ਸੀ ਜਾਂ ਫਿਰ ਸਟੂਡੈਂਟ ਸੀ? ਇਹ ਵਿਜ਼ਟਰ ਹੀ ਆਏ ਸੀ ਵੈਸੇ। ਇਹ ਵਿਜ਼ਟਰ ਆਏ ਕਿਹੜੇ ਮਹੀਨੇ ਆਏ ਇੱਥੇ ਕੈਨੇਡਾ ਚ? ਇਸੇ ਸਾਲ ਹੀ ਮਈ ਚ ਆਏ। ਮਈ ਮਹੀਨੇ ਵਿੱਚ ਆਏ। ਹਾਂਜੀ। ਸੈਰ ਕਰਨ ਦਾ ਇਹਨਾਂ ਨੂੰ ਵੀਜ਼ਾ ਮਿਲ ਗਿਆ ਤੇ ਇਹ ਆ ਗਏ। ਤਾਂ ਇਹਨਾਂ ਦੇ ਮਾਤਾ ਜੀ ਕਦੋਂ ਵਾਪਸ ਗਏ ਇਹਨਾਂ ਨੂੰ ਛੱਡ ਕੇ? ਉਹ ਜੀ 1 ਮਹੀਨੇ ਬਾਅਦ ਵਾਪਸ ਚਲੇ ਗਏ। ਅੱਛਾ, ਜੂਨ ਵਿੱਚ ਚਲ ਜਾਂਦੇ ਵਾਪਸ? ਹਾਂਜੀ। ਤੇ ਇਹਨਾਂ ਨੂੰ ਨਾਲ ਨਹੀਂ ਲੈ ਕੇ ਗਏ? ਨਹੀਂ, ਮੁੰਡਾ ਫਿਰ ਜੀ ਆਂਦਾ ਵੀ ਮੈਂ ਜਿੱਦਾਂ ਪਿੱਛੇ ਘਰ ਬਾਰ ਹਿਸਾਬ ਦਾ ਹੀ, ਕਹਿੰਦਾ ਮੈਂ ਫਿਊਚਰ ਇੱਥੇ ਸੈੱਟ ਕਰ ਸਕਦਾ, ਸ਼ਾਇਦ ਇਹੋ ਸੁਪਨੇ ਲੈ ਗਿਆ ਹੈ। ਐਸੀ ਚਲੋ ਮੈਂ ਕੈਨੇਡਾ ਚਲ ਜਾਊਂਗਾ, ਆਪਣੀ ਜ਼ਿੰਦਗੀ ਨੂੰ ਬਣਾ ਲੂੰਗਾ। ਘਰ ਦੇ ਹਾਲਾਤ ਹਰ ਕਿਸੇ ਤੁਹਾਨੂੰ ਪਤਾ ਕਿਹੋ ਜਿਹੇ ਨੇ, ਔਰ ਮਜਬੂਰੀ ਦਾ ਨਾਮ ਸ਼ੁਕਰੀਆ। ਸੋ ਇਹ ਬੱਚਾ ਫਿਰ ਰਹਿ ਜਾਂਦਾ ਤੇ ਮਾਤਾ ਜੀ ਛੱਡ ਕੇ ਚਲੇ ਜਾਂਦੇ ਨੇ, ਤੇ ਬੱਚਾ ਫਿਰ ਇੱਥੇ ਹਾਲੇ ਵਰਕ ਇਹਨਾਂ ਕੋਲ ਵਿਜ਼ਟਰ ਵੀਜ਼ਾ ਹੋਵੇਗਾ। ਹਾਂਜੀ। ਆਈ ਸੀ। ਸੋ ਇਹ ਫਿਰ ਕੰਮ ਕਿੱਥੇ ਕਰਨ ਲੱਗੇ ਆਣ ਕੇ? ਇਹ ਮੈਕਸ ਸਾਈਕਲ ਕੰਪਨੀ ਆ, ਡਿਕਸੀ ਅਰੈਂਡਾ ਤੇ। ਡਿਕਸੀ ਅਰੈਂਡਾ ਤੇ ਫੈਕਟਰੀ ਦਾ ਨਾਮ ਕੀ ਹੈ? ਮੈਕਸ ਸਾਈਕਲ। ਸੰਤ ਸਾਹਿਬ, ਮੈਂ ਚਾਹੁੰਦਾ ਕਿ ਮੈਨੂੰ ਸਮਝਾਇਓ ਕਿਹੜੀ ਕੰਪਨੀ ਨਾਮ ਕੀ ਹੈ? ਜੀ ਬਾਈ ਜੀ, ਕੀ ਨਾਮ ਹੈ ਜੀ ਕੰਪਨੀ ਦਾ ਇਸ ਦਾ? ਨੈਕਸ ਸਾਈਕਲ। ਨੈਕਸ ਸਾਈਕਲ ਕਹਿ ਰਹੇ ਨੇ ਜੀ। ਕੁਝ ਸਪੈਲਿੰਗ ਕੀ ਹੈ? NEX ਦਰ ਬੋਲੋ। ਨੈਕਸ ਬਸ NEX ਸਾਈਕਲ। CYCLE ਔਰ ਸਾਈਕਲ। ਹਾਂਜੀ। ਇਹ ਕੀ ਮੈਨੂਫੈਕਚਰ ਕੀ ਹੈ ਇਸ ਕੰਪਨੀ ਚ? ਇਹ ਸਰ ਰੀਸਾਈਕਲ ਕਰਦੇ ਆ ਸਮਾਨ ਸਾਰਾ, ਜਿੰਨਾ ਵੀ ਆ ਕੈਨ ਵੇਸਟ ਜਾਂ ਕੋਈ ਵੀ ਮੈਟਲ ਦਾ ਵੇਸਟ ਉਹ ਕਰਦੇ ਆ ਰੀਸਾਈਕਲ। ਮਤਲਬ ਇਹ ਜਿਹੜੇ ਟੁੱਟੇ ਫੱਟੇ ਮੈਟਲ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਇਹ ਸਕ੍ਰੈਚ ਨੂੰ, ਹਾਂਜੀ, ਆ ਜਿੰਨਾ ਬੀਅਰ ਜਾਂ ਕੋਕ ਦੇ ਕੈਨ ਇਹ ਸਾਰੇ ਰੀਸਾਈਕਲ ਕਰਦੇ ਆ। ਠੀਕ ਹੈ, ਮੈਂ ਸਮਝ ਗਿਆ। ਸੋ ਇਹ ਮਸ਼ੀਨ ਨੂੰ ਆਪਰੇਟ ਕਰਦਾ ਸੀ? ਹਾਂਜੀ। ਸੋ ਇਹ ਫਿਰ ਏਜੰਸੀ ਨਾਲ ਹੀ ਕੰਮ ਤੇ ਜਾਂਦਾ ਸੀ? ਇਹਨਾਂ ਨੂੰ ਆਗਿਆ ਸੀ ਕੰਮ ਕਰਨ ਦੀ, ਜਾਂ ਫਿਰ ਜਿਸ ਤਰ੍ਹਾਂ ਆਮ ਲੋਕ ਇੱਥੇ ਆਣ ਕੇ ਕੰਮ ਕਰਨ ਲੱਗ ਪੈਂਦੇ ਆ? ਉਹ ਸਰ ਜਿੱਦਾਂ ਆਮ ਲੋਕ
ਹੁਣ ਜੇ ਲਿਵਿੰਗ ਇੱਥੇ ਚਲਾਉਣੀ ਆ, ਤੁਹਾਨੂੰ ਪਤਾ ਐਕਸਪੈਂਸ ਇੰਨਾ ਜ਼ਿਆਦਾ। ਆਈ ਅੰਡਰਸਟੈਂਡ ਹੈ ਕਿ ਮਤਲਬ ਇਹ ਏਜੰਸੀ ਨਾਲ ਹੀ ਕੰਮ ਤੇ ਗਏ ਆ। ਹਾਂਜੀ। ਏਜੰਸੀ ਦਾ ਨਾਮ ਕੀ ਸੀ? ਏਜੰਸੀ ਦਾ ਨਾਮ ਸਰ ਕਨੈਕਟ ਪਲੇਸ। ਹਾਂਜੀ, ਕਨੈਕਟ ਪਲੇਸ। ਆਪਣੇ ਗੁਰਪ੍ਰੀਤ ਜੀ, ਤੁਸੀਂ ਬੜਾ ਸੀਰੀਅਸ ਇਸ਼ੂ ਆ ਆਪਣੇ। ਜੀ ਬਿਲਕੁਲ ਜੀ, ਮੈਂ ਕਿਉਂਕਿ ਉਮਰਪ੍ਰੀਤ ਜੀ ਸਕੇਜੂਲ ਕਰ ਰਹੇ ਸੀਗੇ ਇਹਨਾਂ ਨੇ ਕਿ ਕਦੋਂ ਕਿ ਕਿੰਨਾ ਟਾਈਮ ਲੱਗ ਜੂ, ਬਸ ਕਿਉਂਕਿ ਮੈਨੂੰ ਹੀ ਗੱਲ ਕਰਨੀ ਪੈਣੀ ਹੈ। ਆਪਣੇ ਏਜੰਸੀ ਦਾ ਨਾਮ ਪੁੱਛੋ ਜੀ ਪਲੀਜ਼। ਜੀ ਵੀਰ ਜੀ, ਏਜੰਸੀ ਦਾ ਨਾਮ ਕੀ ਹੈ ਜੀ? ਕਨੈਕਟ ਪਲੇਸ। ਕਨੈਕਟ ਪਲੇਸ ਨਾਮ ਦੀ ਬੱਸ ਏਜੰਸੀ ਹੈ ਜੀ, ਤੇ ਇਹ ਉਹਨਾਂ ਏਜੰਸੀਆਂ ਦੇ ਵਿੱਚੋਂ ਹੀ ਇੱਕ ਆ ਵੀਰ ਜੀ, ਜਿਹੜੇ ਮਤਲਬ ਕਿ ਵੀ ਪੰਜਾਬੀਆਂ ਦੀਆਂ ਏਜੰਸੀਆਂ ਕੁਝ ਕਿ ਕੈਸ਼ ਤੇ ਕੰਮ ਦਵਾ ਦਿੰਦੀਆਂ ਨੇ ਜਾਂ ਕਿਦਾਂ? ਪੰਜਾਬੀ ਆ ਜਿਨ੍ਹਾਂ ਦੀ ਏਜੰਸੀ ਆ। ਹਾਂਜੀ, ਆਪਣੇ ਪੰਜਾਬੀ ਆ ਮੁੰਡੇ ਜਿਨ੍ਹਾਂ ਦੀ ਏਜੰਸੀ, ਜਿਨ੍ਹਾਂ ਦੀ ਏਜੰਸੀ ਆ। ਤਾਂ ਕਨੈਕਟ ਪਲੇਸ ਇਹ ਲੋਕਾਂ ਨੂੰ ਘਰੋਂ ਪੈਕ ਕਰ ਦਿੰਦੇ, ਘਰ ਡ੍ਰੌਪ ਕਰਦੇ ਨੇ, ਆਪਣਾ ਇਹ ਕਮਿਸ਼ਨ ਲੈਂਦੇ ਨੇ ਵਿੱਚੋਂ। ਹਾਂਜੀ। ਤੇ ਕੈਸ਼ ਦਿੰਦੇ ਲੋਕਾਂ ਨੂੰ। ਹਾਂਜੀ। ਆਈ ਸੀ। ਇਹ ਕਨੈਕਟ ਪਲੇਸ ਜਿਹੜੀ ਏਜੰਸੀ ਦਾ ਨਾਮ ਹੈ, ਤੇ ਇਹਦੇ ਮਾਲਕ ਦਾ ਨਾਮ ਹੈ ਤੁਹਾਡੇ ਕੋਲ? ਨਹੀਂ ਸਰ, ਮੈਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨਾ, ਪਰ ਤੈਨੂੰ ਪਤਾ ਹੀ ਆ ਇਹੋ ਜਿਹੇ ਟਾਈਮ ਤੇ ਗਾਹ ਨਹੀਂ ਆਉਂਦਾ ਕੋਈ। ਕਿਉਂਕਿ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਆ, ਅਸੀਂ ਇਸ ਨੂੰ ਬੜਾ ਸੀਰੀਅਸ ਲੈ ਕੇ ਇਸ ਪਰਿਵਾਰ ਦੀ, ਇਸ ਬੱਚੇ ਦੀ ਮਦਦ ਕਰਨੀ ਆ। ਔਰ ਤੁਸੀਂ ਤੁਹਾਡੇ ਅਕੋਰਡਿੰਗ ਟੂ ਯੂ ਕਿ ਫਾਈਨੈਂਸ਼ੀਅਲ ਤੌਰ ਤੇ ਇਹ ਪਰਿਵਾਰ ਬੜਾ ਵੀਕ ਸੀ, ਤੇ ਜਿਸ ਕਰਕੇ ਉਹ ਸੈਟਲ ਹੋਣ ਦੇ ਵਾਸਤੇ ਬੱਚਾ ਇੱਥੇ ਰਹਿ ਗਿਆ ਤੇ ਕੰਮ ਕਰਨ ਲੱਗ ਪਿਆ। ਕੰਮ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਸੀ ਇਸ ਫੈਕਟਰੀ ਵਿੱਚ? ਇਹਨੂੰ ਜੀ 2-2.5 ਮਹੀਨੇ ਹੋ ਗਏ। ਇਹ ਰਾਤ ਦੇ ਸਮੇਂ ਕੰਮ ਕਰ ਰਹੇ ਸੀ? ਡੇ ਸ਼ਿਫਟ ਸੀ ਜਾਂ ਆਫਟਰਨੂਨ ਸੀ? ਡੇ ਸ਼ਿਫਟ ਸੀ। ਮਾਰਨਿੰਗ 6 ਵਜੇ ਤੋਂ ਸ਼ੁਰੂ ਹੁੰਦੇ। 6 ਵਜੇ ਤੋਂ ਲੈ ਕੇ ਅਪਰਾਧ ਜੀ ਕਿੰਨੇ ਵਜੇ ਤੱਕ? 2 ਵਜੇ ਤੱਕ। ਸਵੇਰ ਨੂੰ 6 ਵਜੇ ਸ਼ੁਰੂ ਕਰਨਾ? ਹਾਂਜੀ, ਦੁਪਹਿਰ ਤੱਕ। ਦੁਪਹਿਰ 2 ਵਜੇ ਤੱਕ। ਮਤਲਬ ਇਹ ਮੰਡੇ ਟੂ ਫਰਾਈਡੇ ਕੰਮ ਕਰ ਰਹੇ ਜਾਂ 7 ਡੇਜ਼ ਕਰਦੇ ਸੀ? 5 ਡੇਜ਼, ਮੰਡੇ ਟੂ ਫਰਾਈਡੇ। ਮੰਡੇ ਟੂ ਫਰਾਈਡੇ। ਇਸ ਫੈਕਟਰੀ ਦਾ ਐਡਰੈਸ ਕਿਹੜਾ ਆ? ਇਹ ਡਿਕਸੀ ਐਂਡ ਰੇਂਡਾ। ਓਕੇ, ਡਿਕਸੀ ਐਂਡ ਰੇਂਡਾ ਦੇ ਕਾਰਨਰ ਤੇ ਆ। ਹਾਂਜੀ। ਅਪਰਾਧ ਜੀ, ਤੁਹਾਡਾ ਜ਼ਿਲ੍ਹਾ ਕਿਹੜਾ ਹੈ? ਅੰਮ੍ਰਿਤਸਰ? ਹਾਂਜੀ, ਅੰਮ੍ਰਿਤਸਰ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਕੋਟਲੀ ਜੀ ਮੇਰਾ। ਕੋਟਲੀ ਹੈ। ਕਿੱਡਾ ਪਿੰਡ ਹੈ ਇਹ? ਪਿੰਡ 1000 ਕੇ ਬੰਦੇ ਦੇ। ਠੀਕ। ਆਈ ਨੋ ਤੁਹਾਡਾ ਬੜਾ ਹਾਰਡ, ਇਟਸ ਬੜੇ ਭਾਵਕ ਹੋ। ਆਫ ਕੋਰਸ ਤੁਹਾਡਾ ਸੁਭਾਵਿਕ ਹੈ ਕਿ ਇਹਨਾਂ ਹਾਲਾਤਾਂ ਵਿੱਚ ਇੰਟਰਵਿਊ ਕਰਨਾ ਇਜ਼ ਨਾਟ ਈਜ਼ੀ। ਟੇਕ ਇਟ ਈਜ਼ੀ। ਔਰ ਤੁਸੀਂ ਬਹੁਤਾ ਪ੍ਰੈਸ਼ਰ ਨਹੀਂ ਲੈਣਾ ਬੋਡੀ ਤੇ। ਤੁਹਾਡਾ ਕਜ਼ਨ ਔਰ ਮੈਂ ਜਾਣਦਾ ਰਿਸ਼ਤਾ ਨਹੀਂ ਹੈ, ਮੈਂ ਆਪ ਖੁਦ ਭਾਵੁਕ ਆ। ਬੜੀ ਮੁਸ਼ਕਿਲ ਨਾਲ ਇੰਟਰਵਿਊ ਕਰ ਰਹੇ ਇਸ ਬੱਚੇ ਦੀ। 20 ਸਾਲ ਦੀ ਉਮਰ ਵਿੱਚ ਇਹ ਨੌਜਵਾਨ ਲੜਕਾ ਨੇ ਚਲੇ ਜਾਣਾ। ਇਸ ਬੱਚੇ ਦੀ 20 ਸਾਲ ਦੀ ਉਮਰ ਹੈ। ਇਸ ਬੱਚੇ ਦੀ ਕਿੰਨੀ ਹਾਈਟ ਸੀ? ਚੰਗਾ ਜਵਾਨ, 6 ਫੁੱਟ 1 ਇੰਚ। ਹੋ ਗॉड, ਆਪਾਂ ਕਹਿੰਦੇ ਕਿ ਰੱਬ ਸਭ ਕੁਝ ਦੇਖਦਾ ਹੈ। ਕਿੱਥੇ ਦੇਖਦਾ ਰੱਬ? ਕਿੱਥੇ ਰੱਬ ਚਲੇ ਗਿਆ? ਮਾਂ ਦਾ ਇਕਲੌਤਾ ਪੁੱਤਰ ਮਾਂ ਛੱਡ ਕੇ ਗਈ ਆ ਕਿ ਉਹਦਾ ਭਵਿੱਖ ਬਣ ਜਾਊਗਾ। ਕਿੱਥੇ ਰੱਬ ਆ? ਚੋਰਾਂ ਚੱਕਿਆਂ ਲਈ ਸਭ ਕੁਝ ਠੀਕ ਹੈ, ਮਿਹਨਤ ਕਰਨ ਵਾਲੇ ਵਾਸਤੇ ਰੱਬ ਵੀ ਜਿਹੜਾ ਬੇਈਮਾਨ ਹੈ। ਅੱਜ ਸਾਬਤ ਕੀਤਾ ਹੈ। ਮਾਂ ਇੱਕ ਬੱਚੇ ਨੂੰ ਕਿੱਥੇ ਮਿਲੂਗੀ? 20 ਸਾਲ ਦੀ ਉਮਰ ਵਿੱਚ ਇਹਦੇ ਨਾਲ ਗਰੀਬੀ ਰਹਿੰਦੀ, ਗਰੀਬ ਹਾਲਤ ਵਿੱਚ ਰਹਿੰਦੇ, ਉਹ ਬੈਟਰ ਸੀ। ਹੋ ਗॉड। ਅਪਰਾਧ ਜੀ, ਕਿੰਨੇ ਵਜੇ ਕੱਲ ਇਹ ਰੱਬ ਨੂੰ ਪਿਆਰੇ ਹੋ ਗਏ? ਕਿਵੇਂ ਇੱਕ ਐਕਸੀਡੈਂਟ ਵਾਪਰਿਆ? ਕਿਵੇਂ ਇਹ ਮਸ਼ੀਨ ਦੀ ਲਪੇਟ ਵਿੱਚ ਆਏ? ਕਿੰਨੇ ਵਜੇ ਆਏ ਕੱਲ? ਇਹ ਸਵੇਰੇ 6 ਵਜੇ ਗਿਆ ਕੰਮ ਤੇ। ਮਸ਼ੀਨ ਆਪਰੇਟ ਕਰਦਾ ਜਿੱਦਾਂ ਜੀ। ਸਵੇਰੇ 7:30 ਵਜੇ ਦਾ ਟਾਈਮ ਸੀ। ਜਦੋਂ ਮਸ਼ੀਨ ਦੀ ਕਲੀਨਿੰਗ ਜਾਂ ਕੁਝ ਕਰਨ ਲੱਗਾ, ਥੱਲਿਓਂ ਕਨਵੇਅਰ ਬੈਲਟ ਚੱਲਦੀ ਜਿਹੜੀ, ਉਹਦੇ ਨਾਲ ਇਹਦਾ ਮਤਲਬ ਉੱਥੇ ਫੈਂਸ ਵਗੈਰਾ ਵੀ ਖੁੱਲੀ ਹੀ ਸਾਰੀ, ਕੋਈ ਸੇਫਟੀ ਨਹੀਂ, ਕੋਈ ਹੈ ਨਹੀਂ ਕੰਪਨੀ ਦਾ। ਜਿਉਂ ਚੁੱਕਣ ਲੱਗਾ ਥੱਲੇ ਕੁਛ ਤੇ ਕਨਵੇਅਰ ਬੈਲਟ ਨਾਲ ਇਹਦੀ ਬਾਂਹ ਅੜ ਗਈ। ਬਾਅਦ ਵਿੱਚ ਕੋਈ ਕੜਾ ਵਗੈਰਾ ਜ਼ਿਆਦਾ ਨਹੀਂ ਸੀ ਪਹਿਨਿਆ ਹੋਇਆ? ਪਤਾ ਨਹੀਂ, ਕਨਵੇਅਰ ਬੈਲਟ ਨੇ ਜਿੱਦਾਂ ਪ੍ਰੈਸ਼ਰ ਬੜਾ ਹੁੰਦਾ ਉਹਨੇ ਖਿੱਚ ਲਿਆ, ਉਹਦੀ ਗਰਦਨ ਤੇ ਮਤਲਬ ਗਰਦਨ ਵਿੱਚ ਆ ਗਈ ਉਹਦੀ। ਓ ਗॉड। ਉਹ ਕਨਵੇਅਰ ਜਿਹੜੀ ਬੈਲਟ ਚੱਲਦੀ ਸੀ, ਜਿਹੜੀ ਚੱਲਦੀ ਆ, ਕੈਰੀ ਕਰਦੀ ਆ, ਹਾਂਜੀ, ਮੂਵ ਹੁੰਦੀ ਆ, ਤਾਂ ਉਹਦੇ ਵਿੱਚ ਬਾਂਹ, ਉਸ ਤੋਂ ਬਾਅਦ ਫਿਰ ਗਰਦਨ ਇਹਦੇ ਨਾਲ ਜਿਹੜੀ ਟਕਰਾ ਗਈ। ਹਾਂਜੀ। ਤਾਂ ਫਿਰ ਗਰਦਨ ਉਹ
ਜਦੋਂ ਤੱਕ ਜਿਹੜਾ ਵਰਕਰ ਨਾਲ ਕੰਮ ਕਰਦਾ ਸੀ ਉਹਨੇ ਵੇਖਿਆ ਤੇ ਜਦੋਂ ਉਹਨੂੰ ਮਸ਼ੀਨ ਬੰਦ ਕੀਤੀ ਉਹ ਬਹੁਤ ਦੇਰ ਹੋ ਗਈ। ਮਤਲਬ ਉਸ ਵੇਲੇ ਮਸ਼ੀਨ ਆਪਣੀ ਪੂਰੀ ਲਪੇਟ ਵਿੱਚ ਲੈ ਚੁੱਕੀ ਸੀ, ਇਸ ਮਤਲਬ ਸਰੀਰ ਨੂੰ ਪੂਰੀ ਲਪੇਟ ਵਿੱਚ ਲੈ ਲਿਆ ਉਹਨੇ, ਤਾਂ ਮੁੰਡੇ ਨੂੰ ਮੌਤ ਦੇ ਘਾਟ ਉਤਾਰਤਾ। ਔਰ ਸੇਫਟੀ ਜਿਹੜੀ ਸੀ ਪ੍ਰੋਪਰ ਸੇਫਟੀ ਨਹੀਂ ਸੀ ਇਸ ਮਸ਼ੀਨ ਦੇ ਆਲੇ ਦੁਆਲੇ। ਤੇ ਇਸ ਕੇਸ ਦੇ ਵਿੱਚ ਬਸ ਮਿਨਿਸਟਰੀ ਵੀ ਇਨਵੋਲਵ ਹੋਈ, ਅਪੀਲ ਪੁਲਿਸ ਨੇ ਪ੍ਰੋਪਰ ਇਹਦੀ ਸਾਰੀ ਤਹਿ ਤੱਕ ਜਾ ਰਹੇ ਨੇ, ਤੇ ਮਿਨਿਸਟਰੀ ਆਫ ਲੇਬਰ ਹੈ ਕਿ ਲੇਬਰ ਆਫ ਮਿਨਿਸਟਰੀ, ਮੈਂ ਹੋ ਸਕਦਾ ਮੈਂ ਪ੍ਰੋਨਾਂਸ ਗਲਤ ਨਾ ਕਰ ਦਵਾਂ, ਸੋ ਜਿਹੜੀ ਉਹ ਲੇਬਰ ਮਿਨਿਸਟਰੀ ਹੁੰਦੀ ਆ ਉਹ ਵੀ ਇਹਦੇ ਵਿੱਚ ਇਨਵੋਲਵ ਹੋਈ ਆ। ਤੇ ਕਾਫੀ ਇਹਦੇ ਵਿੱਚ ਕੱਚੇ ਚਿੱਠੇ ਮਤਲਬ ਕਿ ਬਸ ਸਭ ਜਿਹੜੇ ਲੂਪ ਹੋਲ ਸੀਗੇ ਉਹ ਖੁੱਲਣਗੇ ਕਿ ਕਿਵੇਂ ਏਜੰਸੀਆਂ ਕੰਮ ਕਰਦੀਆਂ ਜੀ, ਜਿਹੜੀਆਂ ਕੰਮ ਲੱਭ ਕੇ ਦਿੰਦੀਆਂ, ਤੇ ਕਿੱਡਾ ਵੱਡਾ ਵੈਸੇ ਵੇਖਿਆ ਜਾਵੇ ਕਿ ਵਿਜ਼ਟਰ ਵੀਜ਼ੇ ਵਾਲਾ ਵੀ ਲੂਪ ਹੋਲ ਹੈ। ਮੈਂ ਇੱਕ ਮਿੰਟ ਨੂੰ ਕੰਪਲੀਟ ਕਰਨਾ। ਹਾਂ ਬਿਲਕੁਲ, ਮਤਲਬ ਕਿ ਓਕੇ ਜੀ। ਅੱਛਾ, ਇਹ ਅਸੀਂ ਇਸ ਤੋਂ ਬਾਅਦ ਇਸ਼ੂ ਗੱਲਬਾਤ ਕਰਦੇ ਹਾਂ ਕਿ ਲੋਕ ਜਿਹੜੇ ਨੇ ਅਨਸੇਫ ਨੇ ਫੈਕਟਰੀਆਂ ਦੇ ਵਿੱਚ ਪ੍ਰੋਪਰ ਕੰਮ ਕਰਦੇ। ਇਹ ਜਿਹੜੀ ਨੈਕਸਟ ਸਾਈਕਲ ਕੰਪਨੀ ਹੈ ਇਹ ਪੰਜਾਬੀਆਂ ਦੀ ਆ? ਨਹੀਂ ਸਰ, ਇਹ ਗੋਰਿਆਂ ਦੀ ਹੈ। ਇਹ 7 ਦਿਨ ਕੰਮ ਕਰਦੀ ਆ? ਮਤਲਬ ਇਨਸੀਡੈਂਟ ਹੋਇਆ ਸਾਰੀ ਮੈਨੇਜਮੈਂਟ ਉਸੇ ਵੇਲੇ ਚਲੀ ਗਈ। ਮੈਨੇਜਮੈਂਟ ਕਿੱਥੇ ਚਲ ਗਈ ਫਿਰ? ਮਤਲਬ ਜਦੋਂ ਉਹਨਾਂ 911 ਕੀਤਾ ਮੈਨੇਜਮੈਂਟ ਉਸੇ ਵੇਲੇ ਨਿਕਲ ਗਈ। ਮੈਂ 9 ਵਜੇ ਪਹੁੰਚਿਆ ਫੈਕਟਰੀ, ਉਦੋਂ ਮਤਲਬ ਕੋਈ ਵੀ ਨਹੀਂ ਸੀ ਉੱਥੇ। ਅੱਛਾ, ਮੈਨੇਜਮੈਂਟ ਫੈਕਟਰੀ ਛੱਡ ਕੇ ਭੱਜ ਗਈ? ਹਾਂਜੀ। ਓ ਦੈਟਸ ਨਾਟ ਰਾਈਟ। ਸੋ ਸਾਹਿਬ ਨੋਟ ਕਰੋ ਕਿ ਮੈਨੇਜਮੈਂਟ ਉਸ ਵੇਲੇ ਫਰਾਰ ਹੋ ਜਾਂਦੀ ਹੈ, ਜਦਕਿ ਮੈਨੇਜਮੈਂਟ ਜਿਹੜੀ ਫੈਕਟਰੀ ਦਾ ਸੁਪਰਵਾਈਜ਼ਰ ਹੈ ਜਾਂ ਮੈਨੇਜਰ ਹੈ ਜਾਂ ਫਿਰ ਉਹਨਾਂ ਦਾ ਡਿਪਾਰਟਮੈਂਟ ਦਾ ਕੋਈ ਹੈੱਡ ਹੈ, ਕੋਈ ਵੀ ਨਹੀਂ ਸੀ ਉੱਥੇ? ਨਹੀਂ, ਕੋਈ ਵੀ ਨਹੀਂ। ਤੇ ਪੁਲਿਸ ਜਦੋਂ ਆਈ ਹੈ, ਤੁਸੀਂ ਪੁਲਿਸ ਤੋਂ ਬਾਅਦ ਪਹੁੰਚੇ ਹੋਵੋਗੇ? ਹਾਂਜੀ। ਕਮਾਲ ਦੀ ਗੱਲ ਹੈ ਕਿ ਇਹ ਫੈਕਟਰੀ ਦੇ ਵਿੱਚ ਸੇਫਟੀ ਨਾਂ ਦੀ ਚੀਜ਼ ਹੋਣਾ ਕਮਾਲ ਦੀ ਗੱਲ। ਮੈਨੂੰ ਲੱਗਦਾ ਕਿ ਇਹ ਲੀਗਲੀ ਤੌਰ ਤੇ ਪ੍ਰੋਪਰ ਸੇਫਟੀ ਨਾਂ ਦੀ ਚੀਜ਼ ਨਹੀਂ ਹੋਣਾ, ਜਿਸ ਕਰਕੇ ਇਹਨਾਂ ਦੀ ਮਿਸਟੇਕ ਕਰਕੇ ਇਹ ਐਕਸੀਡੈਂਟ ਵਾਪਰਿਆ। ਇਹ ਕਿੰਨੇ ਕੁ ਪੰਜਾਬੀ ਕੰਮ ਕਰ ਰਹੇ ਸੀ ਇੱਥੇ? 2 ਮੁੰਡੇ ਹੀ ਆਪਣੇ ਪੰਜਾਬੀ ਤੇ ਇੱਕ ਫਰੰਟ ਡੈਸਕ ਤੇ ਕੁੜੀ। ਕਿੰਨੇ ਮੁੰਡੇ ਇਸ ਕੰਮ ਟੋਟਲ? 2 ਮੁੰਡੇ। ਨਹੀਂ, ਟੋਟਲ 2 ਜਣੇ ਕੰਮ ਕਰ ਰਹੇ ਸੀ ਇਸ ਫੈਕਟਰੀ 'ਚ? ਮਤਲਬ ਜਿਹੜੇ ਰੀਸਾਈਕਲ ਤੇ ਹੀ ਉਹ 2 ਜਣੇ। ਨਹੀਂ, ਟੋਟਲ ਕਿੰਨੇ EMPLOYE ਇਸ ਫੈਕਟਰੀ ਦੇ? EMPLOYE ਸਰ 15-20 ਹੋਣਗੇ। ਉਹਦਾ 15-20 ਹੋਣਗੇ। ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਆਈ ਹੈ ਤਾਂ ਫੈਕਟਰੀ ਨੂੰ ਟੋਟਲੀ ਸ਼ਟਡਾਊਨ ਕਰ ਦਿੱਤਾ ਗਿਆ? ਹਾਂਜੀ, ਉਹਨਾਂ ਸੀਲ ਕਰਤੀ ਪੀਲ ਵਾਲਿਆਂ। ਮਤਲਬ ਅੰਦਰ ਵੀ ਨਹੀਂ ਉਹਨਾਂ ਦੇਖਣ ਦਿੱਤਾ ਜਿੱਥੇ ਇਨਸੀਡੈਂਟ ਹੋਇਆ। ਤੁਸੀਂ ਵੀ ਨਹੀਂ ਜਾ ਸਕਦੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਹਰ ਚੀਜ਼ ਦੀ। ਤਾਂ ਹੁਣ ਬਿਲਕੁਲ ਸੀਜ਼ ਕੀਤੀ ਹੋਈ ਹੈ ਫੈਕਟਰੀ ਇਹ? ਹਾਂਜੀ। ਤੇ ਇਹ 3 ਸ਼ਿਫਟਾਂ ਸੀਗੀਆਂ ਇਸ ਫੈਕਟਰੀ ਵਿੱਚ? ਹਾਂਜੀ। ਜਦੋਂ ਤੁਸੀਂ ਗਏ ਆ 7:30 ਵਜੇ ਐਕਸੀਡੈਂਟ ਵਾਪਰਿਆ ਆ, ਤਾਂ ਜਿਹੜਾ ਲੜਕਾ ਜਿਸ ਨੇ ਦੇਖਿਆ ਉਹ ਪੰਜਾਬੀ ਸੀ? ਹਾਂਜੀ, ਉਹ ਪੰਜਾਬੀ। ਉਹ ਵੀ ਸਟੂਡੈਂਟ ਸੀ? ਹਾਂਜੀ, ਉਹ ਸਟੂਡੈਂਟ। ਉਹ ਲੀਗਲੀ ਤੌਰ ਤੇ ਕੰਮ ਕਰ ਰਹੇ ਸੀ ਜਾਂ ਫਿਰ ਉਹ ਵੀ ਇੱਥੇ ਵਿਜ਼ਟਰ ਆਏ ਹੋਏ ਸੀ? ਇਹਨਾਂ ਕੋ ਸਰ ਮੈਂ ਵੇਖੇ ਜਿੰਨੇ ਬੰਦੇ ਸਾਰੇ ਇਦਾਂ ਹੀ, ਮਤਲਬ ਸਾਰੇ ਇਲੀਗਲ ਕੰਮ ਕਰ ਰਹੇ ਸੀ ਇੱਥੇ? ਹਾਂਜੀ, ਲੱਗਦਾ। ਤਾਂ ਉਹ ਮੁੰਡਾ ਫਿਰ ਉੱਥੇ ਸੀ ਜਾਂ ਉਹ ਵੀ ਭੱਜ ਗਿਆ ਸੀ ਬਾਅਦ ਵਿੱਚ? ਬਸ ਉਹੀ ਮੁੰਡਾ ਉੱਥੇ ਹੀ, ਹੋਰ ਕੋਈ ਨਹੀਂ ਸੀ ਮੈਨੇਜਮੈਂਟ 'ਚ। ਸਿਰਫ ਉਹ ਮੁੰਡਾ ਉੱਥੇ ਖੜਾ ਰਿਹਾ? ਹਾਂਜੀ। ਤੇ ਬਾਕੀ ਸਭ ਚਲੇ ਗਏ? ਹਾਂਜੀ। ਮਤਲਬ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਨਿਕਲ ਗਏ ਸਾਰੇ? ਹਾਂਜੀ। ਤੇ ਜਦੋਂ ਤੁਸੀਂ ਗਏ ਆ ਤੇ ਇਹ ਮੁੰਡਾ ਫਿਰ ਕਿੱਥੇ ਸੀਗਾ? ਅੰਦਰ ਖੜਾ ਸੀ ਜਾਂ ਬੈਠਾ ਸੀ ਜਾਂ? ਉਹਨੇ ਸਰ ਸੀਨ ਵੇਖਿਆ, ਉਹਦੀ ਹਾਲਤ ਬਹੁਤ ਖਰਾਬ ਸੀ। ਉਹਨੂੰ ਫਿਰ ਮਤਲਬ ਪੁਲਿਸ ਵਾਲਿਆਂ ਜਿੱਦਾਂ ਹੌਸਲਾ ਵਗੈਰਾ ਦਿੱਤਾ, ਉਹਨੂੰ ਘਰੇ ਛੱਡਿਆ। ਅੱਜ ਇਹ ਜਿਹੜਾ ਮੁੰਡਾ ਸੀਗਾ, ਇਹ ਮੁੰਡਾ ਤੁਸੀਂ ਜਾਣਦੇ ਹੋ ਇਸ ਮੁੰਡੇ ਨੂੰ? ਇਹਦਾ ਨਾਮ ਕੀ ਸੀ ਬਿਟਨੈਸ ਦਾ? ਨਹੀਂ ਸਰ, ਉਹਦਾ ਨਹੀਂ ਮੈਂ ਜਾਣਦਾ। ਪੰਜਾਬੀ ਹੈ ਇਹ? ਹਾਂਜੀ। ਕਿੰਨੀ ਉਮਰ ਦਾ ਹੈ? ਉਹ ਵੀ 21-22 ਸਾਲ ਦਾ ਹੈ। ਉਹ ਵੀ 21-22 ਸਾਲ ਦਾ ਹੈ। ਤੇ ਮੈਨੂੰ ਲੱਗਦਾ ਕਿ ਉਹ ਵੀ ਲੀਗਲੀ ਤੌਰ ਤੇ ਕੰਮ ਨਹੀਂ ਕਰਦਾ ਹੋਣਾ, ਉਹ ਵੀ ਇਲੀਗਲ ਹੋਊਗਾ, ਤੁਹਾਨੂੰ ਲੱਗਦਾ ਹੈ? ਸਰ ਮਤਲਬ ਉਹਦਾ ਮੈਨੂੰ ਪਤਾ ਨਹੀਂ, ਸ਼ਾਇਦ ਹੋ ਸਕਦਾ ਕਿ ਸਟੂਡੈਂਟ ਹੋਵੇ ਜਾਂ ਫਿਰ ਉਹਨੇ ਕੰਮ ਹਾਲੇ ਨਵਾਂ ਆਇਆ ਹੋਵੇ। ਉਹ ਪਤਾ ਦੱਸਣ ਮੈਂ ਕਦੋਂ ਆਇਆ ਕੈਨੇਡਾ? ਹਾਂਜੀ, ਉਹ ਵੀ ਲਾਸਟ ਈਅਰ ਹੈ। ਉਹ ਲਾਸਟ ਈਅਰ ਆਇਆ ਉਹ? ਹਾਂਜੀ। ਤੇ ਉਹ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਫੈਕਟਰੀ 'ਚ? ਮਤਲਬ ਕਿੰਨੇ ਸਮੇਂ ਤੋਂ? ਪਿਛਲੇ ਸਾਲ ਆਇਆ, ਕਿੰਨੇ ਮਹੀਨੇ ਤੋਂ ਕੰਮ ਕਰ ਰਿਹਾ ਸੀ?
ਉਹਨੂੰ ਜੀ 3-4 ਮਹੀਨੇ 3-4 ਮਹੀਨੇ ਹੋਏ ਆ। ਹਾਂਜੀ। ਇਹਨੂੰ ਕਿੰਨਾ ਹਫ਼ਤੇ ਹੋਏ ਸੀ ਕੰਮ ਕਰਦੇ ਨੂੰ ਤੁਹਾਡੇ ਸਾਹਿਲਪ੍ਰੀਤ ਨੂੰ? ਇਹਨੂੰ 2 ਮਹੀਨੇ 2 ਮਹੀਨੇ ਹੋਏ ਆ। ਤੁਸੀਂ ਫਿਰ ਫੋਨ ਮਾਤਾ ਪਿਤਾ ਨੂੰ ਕਾਲ ਤੁਸੀਂ ਕੀਤਾ ਜਾਂ ਪੁਲਿਸ ਨੇ ਦੱਸਿਆ ਉਹਨਾਂ ਨੂੰ? ਮੈਂ ਸਰ ਮਤਲਬ ਘਰੇ ਫੋਨ ਕੀਤਾ ਵੱਡਿਆਂ ਨੂੰ। ਮਤਲਬ ਜਿਹੜੀ ਸਿਚੁਏਸ਼ਨ ਹੈ ਮੈਂ ਫੋਨ ਤੇ ਗੱਲ ਕਰ ਨਹੀਂ ਸਕਦਾ, ਫਿਰ ਉਹ ਸਾਰੇ ਇਕੱਠੇ ਹੋ ਕੇ ਗਏ ਜਿੱਦਾਂ ਕਿ ਮਾਂ ਪਿਓ ਨੂੰ ਸਮਝਾਉਣਾ ਉਹਨਾਂ ਦਾ ਪੁੱਤ ਇੰਨੀ ਦੂਰ ਬੈਠੇ ਕਿਸ ਹਾਲਤ ਚ ਚਲਾ ਗਿਆ ਤੇ ਵੈਰੀ ਡਿਫਿਕਲਟ। ਬਹੁਤ ਡਿਫਿਕਲਟ ਤਾਂ ਵੈਸੇ ਡਿਫਿਕਲਟ ਮੈਂ ਇਜਾਜ਼ਤ ਹੋਵੇ ਤਾਂ ਬੋਲ ਲੈਣੇ ਮੈਂ ਐਕਚੁਅਲੀ ਬਹੁਤ ਸਟ੍ਰੈਸ ਵਿੱਚ ਟੇਕ ਓਵਰ ਕਰੋ ਪਲੀਜ਼। ਉਮਰਪ੍ਰੀਤ ਜੀ ਇੱਕ ਐਂਬੂਲੈਂਸ ਪਲੀਜ਼ ਕਾਲ ਕੀਤੀ ਜਾਵੇ, ਡਾਕਟਰ ਪਾਣੀ ਬੱਸਾਂ ਨੂੰ ਪਲੀਜ਼ ਫੜਾਇਆ ਜਾਵੇ। ਬਸ ਇੱਥੇ ਧਿਆਨ ਇਹ ਵੀ ਦੇਣਾ ਪੈਣਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਮਤਲਬ ਮੈਂ ਫਰਜ਼ੀ ਜਿਹੀਆਂ ਤਾਂ ਨਹੀਂ ਕਹੂੰ, ਲੋਕਾਂ ਦੇ $1 ਮਿਲੀਅਨ ਲੱਗੇ ਹੁੰਦੇ ਆ, ਫੈਕਟਰੀਆਂ ਖੜੀਆਂ ਕਰਨੀਆਂ ਕਿਹੜਾ ਸੌਖੀਆਂ, ਪਰ ਇਹਨਾਂ ਦੇ ਵਿੱਚ ਕੈਸ਼ ਤੇ ਕੰਮ ਕਰਨ ਵਾਲੀ ਮਤਲਬ ਕਿ ਉਹ ਹੁੰਦੇ ਆ ਸੁਪਰਵਾਈਜ਼ਰ ਮੈਨੇਜਰ ਹੁੰਦੇ ਆ ਤੇ ਉਹ ਸਾਰਾ ਹਿਸਾਬ ਕਿਤਾਬ ਜਾਂ ਉਵੇਂ ਹੀ ਚੱਲੀ ਜਾਂਦਾ ਤੇ ਚੀਪ ਲੇਬਰ ਲੱਭੀ ਜਾਂਦੀ ਆ ਬਾਸੀ ਸਾਹਿਬ। ਤੇ ਬਾਅਦ ਚੋਂ ਇਹ ਕੀ ਹੁੰਦਾ ਗਾ ਚੀਪ ਲੇਬਰ ਯਾਨੀ ਕਿ ਲੈਕ ਆਫ ਟ੍ਰੇਨਿੰਗ, ਕੋਈ ਹਿਸਾਬ ਕਿਤਾਬ ਉਹਨਾਂ ਨੂੰ ਹੁੰਦਾ ਨਹੀਂ ਗਾ ਕੰਮ ਕਰਨ ਦਾ। ਪਹਿਲਾਂ ਆਪਾਂ ਨੂੰ ਵੀ ਨਵੇਂ ਆਇਆਂ ਨੂੰ ਚਾਹ ਹੁੰਦਾ, ਅਸੀਂ ਵੀ ਉਸ ਪ੍ਰੋਸੈਸ ਚੋਂ ਕਿਤੇ ਨਾ ਕਿਤੇ ਲੰਘੇ ਹੋਵਾਂਗੇ, ਹੈ ਨਾ, ਸਾਰੇ ਜਾਣੇ ਨਵੇਂ ਆਏ। ਤੇ ਇਹ ਅਸਲ 'ਚ ਹੁੰਦੀ ਤਾਂ ਗੱਲ ਉਦੋਂ ਹੀ ਆ ਕਿਉਂਕਿ ਫਿਰ ਗੱਲ ਦੋਨੇ ਪਾਸੇ ਹੋ ਜਾਂਦੀ ਹੈ। ਛੋਟੇ ਭਰਾ ਦਾ ਕਿਉਂਕਿ ਮੇਰਾ ਖਾਸ ਦੋਸਤ ਆ ਜੀ ਜਿਹੜੇ ਵੀਰ ਨੇ ਸਾਨੂੰ ਇਹਨਾਂ ਬਾਰੇ ਦੱਸਿਆ ਤੇ ਸਾਡਾ ਚਲੋ ਨਿੱਕਾ ਭਾਈ ਸੀ, ਪਰ ਕਿਤੇ ਨਾ ਕਿਤੇ ਸਾਡੇ ਆਪਦਿਆਂ ਨੂੰ ਵੀ ਕਿਉਂਕਿ ਆਪਦਿਆਂ ਤੋਂ ਹੀ ਚੇਂਜ ਬਦਲਾਅ ਸ਼ੁਰੂ ਹੋ ਸਕਦਾ ਨਾ, ਸਮਝਣਾ ਚਾਹੀਦਾ ਵੀ ਪਹਿਲਾਂ ਆਪਾਂ ਉਹੀ ਕੰਮ ਮਿਲਣ ਤੇ ਆਪਾਂ ਬਹੁਤ ਖੁਸ਼ੀ ਜ਼ਾਹਿਰ ਕਰਦੇ ਹਾਂ ਕਿ ਆਪਾਂ ਨੂੰ ਲੱਭ ਗਿਆ, ਫਿਰ ਜਦੋਂ ਇਹੋ ਜਿਹਾ ਇਨਸੀਡੈਂਟ ਹੋ ਜਾਂਦਾ ਤੇ ਉਦੋਂ ਆਪਾਂ ਉਹਦੇ ਵਿੱਚ ਮਤਲਬ ਕਿ ਆਪਾਂ ਨੂੰ ਵੀ ਬਹੁਤ ਸਾਰੇ ਨੁਕਸ ਦਿਸਣ ਲੱਗ ਜਾਂਦੇ ਆ। ਅੱਜ ਸ਼ਾਇਦ ਅਸੀਂ ਵੀ ਸਾਰੇ ਪਛਤਾ ਰਹੇ ਹਾਂ ਕਿ ਇਹ ਸ਼ੋਰ ਕਿਉਂ ਉੱਥੇ ਕੰਮ ਕਰਨ ਲੱਗਿਆ ਜਿੱਥੇ ਟ੍ਰੇਨਿੰਗ ਹੀ ਨਹੀਂ ਪ੍ਰੋਪਰ ਮਿਲੀ ਸੀ। ਇਹਦੇ ਮਾਪੇ ਵੀ ਪਛਤਾਉਂਦੇ ਹੋਣਗੇ, ਪਰ ਇਹ ਬਹੁਤ ਵੱਡਾ ਲੂਪ ਹੋਲ ਹੈ। ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿੱਥੇ ਵੀ ਤੁਹਾਡਾ ਕੋਈ ਫੈਮਿਲੀ ਦਾ ਮੈਂਬਰ ਕੰਮ ਕਰਦਾ ਉਹਨੂੰ ਪੁੱਛੋ ਕਿ ਵਰਕਿੰਗ ਕੰਡੀਸ਼ਨ ਕਿਹੋ ਜਿਹੀਆਂ ਨੇ, ਤੈਨੂੰ ਪ੍ਰੋਪਰ ਉਹਦੀ ਟ੍ਰੇਨਿੰਗ ਦਿੱਤੀ ਗਈ ਹੈ ਜਾਂ ਕੀ ਆ। ਨਹੀਂ ਤਾਂ ਇਹੋ ਜਿਹੇ ਹਰ ਦਿਨ ਹੁਣ ਤਾਂ ਮਤਲਬ ਕਿ ਡੇਲੀ ਇੱਕ ਐਵਰੇਜ ਪੈਣ ਲੱਗ ਗਈ, ਮਿਸ ਹੈਪ ਹੁੰਦੇ ਆ। ਅੱਜ ਸਵੇਰੇ ਇੱਕ ਮਾਲਟਨ ਦੇ ਵਿੱਚ ਐਕਸੀਡੈਂਟ ਹੁੰਦਾ ਬਚਿਆ ਜੀ। ਇੱਕ ਸਾਈਕਲ ਮੁੰਡਾ ਚਲਾ ਰਿਹਾ ਸਵੇਰੇ 4:45 ਵਜੇ ਦੀ ਗੱਲ ਹੈ ਕਿ 4:45 ਵਜੇ ਦੀ ਸਾਈਕਲ ਮੁੰਡਾ ਚਲਾ ਰਿਹਾ, ਪਿੱਛੇ ਕੁੜੀ ਬੈਠੀ ਆ, ਕੋਈ ਰਿਫਲੈਕਟਰ ਨਹੀਂ ਤੇ ਦੋਨੇ ਜਣੇ ਡੱਕਰੀ ਤੁਰੇ ਜਾਂਦੇ ਆ ਤੇ ਅਚਾਨਕ ਹੀ ਸਾਡੀ ਗੱਡੀ ਮੂਹਰੇ ਆ ਕੇ ਉਹਨਾਂ ਨੇ ਲੈਫਟ ਟਰਨ ਲੈ ਲਈ। ਤੇ ਆਪਾਂ ਮਤਲਬ ਕਿ ਜਦੋਂ ਤੱਕ ਸੁਧਾਰ ਵਾਲੇ ਪਾਸੇ ਨੂੰ ਜਾਣਾ ਹੀ ਨਹੀਂ, ਫਿਰ ਇਹ ਖਬਰਾਂ ਬਣ ਕੇ ਆਪਣੇ ਪੁੱਤ ਧੀਆਂ ਨੇ ਰਹਿੰਦੇ ਰਹਿਣਾ ਜੀ। ਵੱਖੋ ਵੱਖਰੇ ਮੀਡੀਆ ਦੇ ਵਿੱਚ ਇੱਕ ਦਿਨ ਬੜੇ ਉਦਾਸ ਹੋ ਜਾਂਦੇ, ਅਗਲੇ ਦਿਨ ਜ਼ਿੰਦਗੀ ਉਵੇਂ ਹੀ ਚੱਲ ਪੈਂਦੀ ਹੈ, ਫਿਰ ਨਵਾਂ ਆ ਜਾਂਦਾ। ਸੋ ਇਹਦੇ ਵੱਲ ਧਿਆਨ ਦੇਣ ਦੀ ਸਾਨੂੰ ਵੱਧ ਲੋੜ ਹੈ, ਨਾ ਕਿ ਆਪਾਂ ਚਾਅ ਮਨਾਈ ਜਾਈਏ ਵੀ ਕੈਨੇਡਾ ਦੇ ਵਿੱਚ ਆ ਕੇ ਇੰਨੇ ਸੌਖੇ ਹੋ ਗਏ ਆ। ਸੋ ਬੜਾ ਦੁੱਖ ਇਹ ਮੁੰਡੇ ਦਾ ਸਾਰਿਆਂ ਨੂੰ ਹੈਗਾ ਗਾ। ਤੇ ਬਾਸੀ ਸਾਹਿਬ ਕੁਝ ਜਿਹੜੇ ਤੁਸੀਂ ਜਿਹੜੇ ਕਲੋਜ਼ਿੰਗ ਰਿਮਾਰਕ ਦਿਓਗੇ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਹੈਲਪ ਕਰਨੀ, ਜੀ ਕੰਟੀਨਿਊ ਪਲੀਜ਼। ਪਰਸਨ ਪਬਲਿਕ ਆਪਣੀ ਇਹਨਾਂ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ? ਇਸ ਬੱਚੇ ਦੇ ਇੱਕੋ ਇੱਕ ਬੱਚਾ ਦੀ ਭੈਣ ਵੀ ਆ? ਹਾਂਜੀ ਸਿਸਟਰ। ਛੋਟੀ ਵੱਡੀ ਹੈ? ਮੈਰਿਡ ਹੈ ਜੀ। ਮੈਰਿਡ ਹੈ। ਤਾਂ ਇਹ ਲੜਕਾ ਜਿਹੜਾ ਹੈ ਇਹਨਾਂ ਨੇ ਕੋਈ ਲੈਂਡ ਵਗੈਰਾ ਹੈ, ਕੋਈ ਖੇਤ ਵਗੈਰਾ ਹੈ? ਹਾਂਜੀ ਹਿਸਾਬ ਦੇ ਜਿੰਨੇ ਕ ਨਾਰਮਲ ਜ਼ਿਮੀਂਦਾਰ ਪਿੰਡਾਂ 'ਚ 4-5 ਏਕੜ। ਸੋ ਇੱਕ ਕਰਜ਼ਾ ਲੈ ਕੇ ਫਿਰ ਇੱਥੇ ਆਏ, ਕੋਈ ਮਾਂ ਵੀ ਆਈ ਹੈ ਕਿਉਂਕਿ $4-5,000 ਦੀ ਤਾਂ ਟਿਕਟਾਂ ਆਉਂਦੀਆਂ ਸੀਗੀਆਂ ਔਰ ਮਹਿੰਗੀਆਂ। ਆਏ ਫਿਰ ਗਏ, ਫਿਰ ਏਜੰਟਾਂ ਨੂੰ ਪੈਸੇ ਦਿੱਤਾ ਹੋਣਾ ਇਹਨਾਂ ਨੇ ਵੀਜ਼ਾ ਲਵਾਉਣ ਦੀ ਖਾਤਰ। ਇਹਨਾਂ ਨੇ ਵੀਜ਼ਾ ਕਿੰਨੇ ਸਮੇਂ ਦਾ ਸੀ ਪਤਾ ਕੁਛ ਸਾਨੂੰ? ਨਹੀਂ ਸਰ ਇਹਦੀ ਉਹ ਸਾਡੇ ਪਾਸ ਨਹੀਂ ਇਨਫੋਰਮੇਸ਼ਨ। ਸੋ ਇਹ ਜਦੋਂ ਮਦਰ ਗਏ ਆ ਤਾਂ ਤੁਸੀਂ ਉਹਨਾਂ ਨੂੰ ਮਿਲੇ ਸੀ ਜਾਣ ਤੋਂ ਪਹਿਲਾਂ? ਹਾਂਜੀ। ਸੋ ਮਦਰ ਜਾਣ ਤੋਂ ਪਹਿਲਾਂ ਕਹਿੰਦੀ ਹੋਗੀ ਬੇਟਾ ਆਪਣੀ ਆਖਰੀ ਵਾਰੀ ਆ, ਤੈਨੂੰ ਮੈਂ ਛੱਡ ਚੱਲੀ ਸਦਾ ਲਈ? ਵੇਖੋ ਜੀ ਮਾਂ ਤੇ ਛੱਡ ਕੇ ਗਈ ਸੀ ਪੁੱਤ ਨੂੰ ਵੀ ਪੁੱਤ ਤਰੱਕੀਆਂ ਕਰੂਗਾ, ਗਾਂ ਘਰ ਦੇ ਹਾਲਾਤ ਸੁਧਰਨਗੇ ਕੁਛ, ਪਰ ਇਹ ਚੀਜ਼ ਵੈਰੀ ਸੈਡ। ਅਸੀਂ ਕੁਛ ਪਬਲਿਕ ਵੀ ਲੈਣੀ ਚਾਹਾਂਗੇ ਸਾਨੂੰ। ਹੁਣ ਇਹ ਹੁਣ ਤੁਸੀਂ ਪੁਲਿਸ ਇਹਨੂੰ ਹੈਂਡ ਓਵਰ, ਮ੍ਰਿਤਕ ਦੇ ਹੁਣ ਕਿੱਥੇ ਐ ਇਸ ਵੇਲੇ? ਉਹਨੂੰ ਪੋਸਟਮਾਰਟਮ ਲਈ ਖੜਿਆ ਪੁਲਿਸ ਨੇ। ਓਕੇ, ਸੋ ਤੁਸੀਂ ਮੈਂ ਤੁਹਾਨੂੰ ਇੱਕ ਨੰਬਰ ਦੇਵਾਂਗਾ ਇੰਦਰਜੀਤ ਬਲ ਸਾਹਿਬ ਦਾ, ਸੋ ਉਹ ਮੈਨੇਜ ਸਾਰਾ ਕੁਝ ਕਰਨਗੇ। ਤੁਸੀਂ ਇਸ ਮ੍ਰਿਤਕ ਦੇ ਨੂੰ ਭੇਜੋਗੇ ਇੰਡੀਆ ਜਾਂ ਤੁਹਾਡਾ ਕੀ ਪਲਾਨ ਕੀ ਹੈ? ਮਾਂ ਬਾਪ ਕੀ ਚਾਹੁੰਦੇ ਨੇ? ਮਾਂ ਬਾਪ ਤੇ ਹੁਣ ਇਹੋ ਹੀ ਚਾਹੁੰਦੇ ਵੀ ਬਸ ਪੁੱਤ ਵਾਪਸ ਆ ਜਾਏ ਸਾਡਾ ਜਿੱਦਾਂ ਵੀ ਹੈਗਾ।
ठीक है जी, मैं ਤੁਹਾਡੇ ਨਾਲ ਵਾਅਦਾ ਕਰਦਾ ਕਿ ਇੰਦਰਜੀਤ ਸਿੰਘ ਸਰਾਜ, ਇੰਦਰ ਸਿੰਘ ਬਲ ਸਾਹਿਬ ਜਿਨ੍ਹਾਂ ਦਾ ਫਿਊਨਰਲ ਹੋਮ ਵੀ ਹੈ, ਔਰ ਤੁਸੀਂ ਇੱਕ ਨੰਬਰ ਤੁਹਾਨੂੰ ਦਿਖਾਉਂਦੇ ਆ, ਕਾਲ ਕਰਨਾ, ਸਾਰਾ ਕੁਝ ਉਹ ਮੈਨੇਜ ਕਰਨਗੇ। ਔਰ ਮੈਂ ਕੌਂਸਲ ਜਨਰਲ ਜੀ ਨਾਲ ਬੇਨਤੀ ਵੀ ਕਰਾਂਗਾ ਕਿ ਉਹਨਾਂ ਦੀ ਮ੍ਰਿਤਕ ਦੀ ਤੇ ਖਰਚਾ ਜਿਹੜਾ ਹੈ ਗਵਰਨਮੈਂਟ, ਇੰਡੀਆ ਗਵਰਨਮੈਂਟ ਪੇ ਕਰਦੀ ਹੈ, ਔਰ ਪਤਾ ਨਹੀਂ ਕਿੰਨੇ ਕੁ ਮਹੀਨੇ ਦੀਆਂ ਮ੍ਰਿਤਕ ਦੀਆਂ ਗਵਰਨਮੈਂਟ ਭੇਜਦੀ ਆ। ਜਿਹੜੇ ਗਵਰਨਮੈਂਟ ਨੂੰ ਬਦਨਾਮ ਕਰਦੇ ਨੇ, ਮੈਂ ਦੱਸਣਾ ਚਾਹੁੰਦਾ ਕਿ ਇਹੀ ਗਵਰਨਮੈਂਟ ਜਿਹੜੀ ਹੈ ਮ੍ਰਿਤਕ ਦੀਆਂ ਤੇ ਹਜ਼ਾਰਾਂ ਡਾਲਰ ਲਾ ਕੇ ਮ੍ਰਿਤਕ ਦੇਹਾਂ ਭੇਜਦੀ ਆ ਅਤੇ ਪਰਿਵਾਰ ਦਾ ਦੁੱਖ ਵਡਾਉਂਦੀ ਆ। ਤੇ ਜਿਹੜੇ ਲੋਕ ਜਾ ਕੇ ਕੌਂਸਲ ਜਨਰਲ ਦੀਆਂ ਬਿਲਡਿੰਗਾਂ ਦਾ ਨੁਕਸਾਨ ਕਰਦੇ ਆ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੰਨਾ ਦੁੱਖ ਗਵਰਨਮੈਂਟ ਜਿਹੜੀ ਹੈ ਉਹ ਲੈਂਦੀ ਹੈ, ਪਰਿਵਾਰ ਦਾ ਦੁੱਖ ਵਡਾਉਂਦੀ ਆ। ਸੋ ਸਾਨੂੰ ਇਹ ਸੋਚਣਾ ਚਾਹੀਦਾ ਕਿ ਕੌਂਸਲ ਜਨਰਲ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੈ, ਪਰ ਮੈਨੂੰ ਦੱਸੋ ਕਿਹੜੀ ਐਸੀ ਇੱਥੇ ਸੰਸਥਾ ਹੋਰ ਹੈਗੀ ਆ ਜਿਹੜੀ ਕੂਕਾਂ ਮਾਰਦੇ ਨੇ, ਫੋਕੇ ਨਾਲ ਲਾਉਂਦੇ ਨੇ, ਉਹਨਾਂ ਨੇ ਕਦੇ ਕਿਸੇ ਮ੍ਰਿਤਕ ਦੇ ਨੂੰ ਭੇਜਣ ਦੇ ਵਿੱਚ ਕੋਈ ਦਵਾਨੀ ਵੀ ਦਿੱਤੀ ਕਦੇ? ਔਰ ਕੌਂਸਲ ਜਨਰਲ ਹੀ ਦੇ ਰਿਹਾ। ਕੌਂਸਲ ਜਨਰਲ ਜਿਹੜਾ ਆ ਉਹ ਭਾਵੇਂ ਕਿ ਆਪਾਂ ਕਹਿੰਦੇ ਆਪਣੇ ਕੋਲੋਂ ਦੇ ਰਹੇ, ਬਟ ਉਹ ਆਪਣੇ ਦੁੱਖ ਨੂੰ ਪੂਰਾ ਮੰਨਦਾ ਹੋਇਆ ਗਵਰਨਮੈਂਟ ਤੱਕ ਤੁਹਾਡੀ ਹਰ ਦੁੱਖ ਸੁੱਖ ਨੂੰ ਪਹੁੰਚਾਉਂਦਾ ਆ। ਤਾਂ ਸਿਸਟਮ ਦੇ ਮੁਤਾਬਕ ਤੁਹਾਡੀ ਗਵਰਨਮੈਂਟ ਇੰਡੀਆ ਮਦਦ ਕਰ ਰਹੀ ਹੈ, ਸੋ ਦੁੱਖ ਵਿੱਚ ਤੁਹਾਡੀ ਸ਼ਰੀਕ ਬਣ ਰਹੀ ਹੈ। ਸੋ ਸਾਨੂੰ ਮੈਨੂੰ ਦੱਸਣਾ ਇੱਥੇ ਇਹ ਤਦ ਪੈ ਰਿਹਾ ਜਿਹੜੇ ਲੋਕ ਬਦਨਾਮ ਕਰਦੇ ਨੇ ਭਾਰਤ ਨੂੰ, ਤੇ ਭਾਰਤ ਦੀਆਂ ਜਿੰਨੀਆਂ ਵੀ ਐਮਬੈਸੀਆਂ ਨੇ ਉਹ ਭਰਤਾਵਾ ਬੋਲਦੇ ਨੇ। ਹੁਣ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਮ੍ਰਿਤਕ ਦੇਹਾਂ ਮਹੀਨੇ ਵਿੱਚ ਕਿੰਨਾ ਖਰਚਾ ਗਵਰਨਮੈਂਟ ਜਿਹੜਾ ਆ ਉਹ ਦੇ ਰਹੀ ਆ, ਔਰ ਤੁਹਾਡਾ ਦੁੱਖ ਜਿਹੜਾ ਆ ਉਹ ਵੰਡਾ ਰਹੀ ਹੈ। ਤੇ ਇਹ ਲੋਕ ਜਿਹੜੇ ਆ ਫੋਕੇ ਨਾਰੇ ਲਾਉਂਦੇ, ਇਹਨਾਂ ਨੇ ਕਦੇ ਕਿਸੇ ਮ੍ਰਿਤਕ ਦੇ ਜਾਂ ਪਰਿਵਾਰ ਤੱਕ ਹਮਦਰਦੀ ਦਿੱਤੀ ਹੈ? ਜੇ ਦਿੱਤੀ ਹੈ ਤਾਂ ਚੰਗੀ ਗੱਲ ਹੈ, ਪਰ ਮੈਂ ਨਹੀਂ ਅੱਜ ਤੱਕ ਸੁਣਿਆ ਕਿਸੇ ਇਹਨਾਂ ਨੇ ਪੈਸੇ ਦੇ ਕੇ ਮ੍ਰਿਤਕ ਦੀ ਭੇਜੀ ਹੋਵੇ। ਸੋ ਸਰਦਾਰ ਇੰਦਰਜੀਤ ਸਿੰਘ ਬਲ ਸਾਹਿਬ ਆਪਣੇ ਕੰਮ ਦੇ ਵਿੱਚੋਂ ਕੰਮ ਕੱਢ ਕੇ ਔਰ ਬਹੁਤ ਮਦਦ ਕਰਦੇ ਨੇ। ਇੰਦਰਜੀਤ ਸਿੰਘ ਬਲ ਸਾਹਿਬ, ਮੈਂ ਤੁਹਾਡਾ ਸਤਿਕਾਰ ਕਰਦਾ ਕਮਿਊਨਿਟੀ ਵੱਲੋਂ। ਅਪਰਾਜ ਜੀ, ਤੁਹਾਨੂੰ ਮੈਂ ਨੰਬਰ ਦੇਵਾਂਗਾ, ਔਰ ਇਸ ਮ੍ਰਿਤਕ ਦੇ ਨੂੰ ਤੁਸੀਂ ਕਹਿ ਦੇਣਾ ਪੁਲਿਸ ਡਿਪਾਰਟਮੈਂਟ ਨੂੰ ਕਿ ਇਹ ਫਿਊਨਰਲ ਹੋਮ ਜਿਹੜਾ ਆ ਆਪਣੇ ਫਿਊਨਰਲ ਹੋਮ ਦਾ ਨਾਮ ਮੈਂ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ ਹੀ ਤੁਸੀਂ ਇਸ ਮ੍ਰਿਤਕ ਦੇ ਨੂੰ ਭਜਾਉਣਾ। ਠੀਕ ਹੈ ਅਪਰਾਜ? ਠੀਕ ਹੈ ਜੀ। ਹਾਂ, ਤੁਸੀਂ ਲਾਈਨ ਨੂੰ ਹੋਲਡ ਰੱਖੋ। ਸਾਡੇ ਕੁਝ ਸਰੋਤੇ ਹੁਣ ਸਾਨੂੰ ਪਤਾ ਨਹੀਂ ਕਿ ਤੁਸੀਂ ਕੰਸੈਂਟ ਮਾਪੇ ਤੋਂ ਲਿਆ ਹੈ, ਉਹ ਮਦਦ ਚਾਹੁੰਦੇ ਆ ਜਾਂ ਮਦਦ ਨਹੀਂ ਚਾਹੁੰਦੇ, ਤੁਸੀਂ ਗੋ ਫੰਡ ਵਾਸਤੇ ਕੀ ਕਹਿਣਾ ਚਾਹੁੰਦੇ ਹੋ, ਇਹ ਅਸੀਂ ਕੱਲ ਤੇ ਛੱਡਦੇ ਆ। ਪਰ ਇਹਨਾਂ ਨੇ ਵੈਸੇ ਗੋ ਫੰਡ ਵੀ ਬਣਾਇਆ, ਬਸ $1,00,000 ਦਾ ਇਹਨਾਂ ਨੇ ਟਾਰਗੇਟ ਰੱਖਿਆ ਜੀ। ਅਸੀਂ ਇਹਨਾਂ ਲੱਖ ਰੱਖਿਆ, ਪਰ ਅਸੀਂ ਕਮਿਊਨਿਟੀ ਨੂੰ ਚਾਹਾਂਗੇ ਕਿ ਇਹ ਉਹਨਾਂ ਦਾ ਕਜ਼ਨ ਹੈ, ਲੜਕਾ ਅਪਰਾਜ 27 ਸਾਲ ਦਾ ਆ। ਇਹ ਬੱਚਾ ਪੜ੍ਹਨ ਆਇਆ ਔਰ ਇਹ ਬੱਚਾ ਬਹੁਤ ਮੁਸ਼ਕਲ ਨਾਲ ਗੱਲ ਕਰ ਰਿਹਾ, ਔਰ ਬੱਚਾ ਪੁੱਬਾ ਮਾਰ ਕੇ ਰੋ ਰਿਹਾ ਸੀ। ਅਸੀਂ ਇਹਨੂੰ ਪਤਾ ਨਹੀਂ ਕਿਹੜਾ ਤੁਸੀਂ ਸਮਝਿਓ ਕਿ ਦਿਲਾਸਾ ਦਿੱਤਾ, ਸਾਡੀ ਬੇਨਤੀ ਨੂੰ ਕਬੂਲ ਕੀਤਾ, ਸਾਡੇ ਨਾਲ ਗੱਲ ਕੀਤੀ, ਔਰ ਗੱਲ ਵੀ ਨਹੀਂ ਕਰ ਸਕਦਾ ਤੁਹਾਡੇ ਸਾਹਮਣੇ ਕਿੰਨਾ ਇਹ ਇਸ ਵੇਲੇ ਇਹਨਾਂ ਹਾਲਾਤਾਂ ਵਿੱਚ ਹੀ ਆ, ਔਰ ਕਿੰਨੇ ਸਾਡੇ ਹਾਲਾਤ ਖਰਾਬ ਨੇ, ਔਰ ਕਿੰਨੇ ਹਾਲਾਤਾਂ ਵਿੱਚ ਮੈਂ ਇਹ ਇੰਟਰਵਿਊ ਕਰ ਰਿਹਾ, ਔਰ ਇਸ ਵੇਲੇ ਪੁੱਬਾ ਮਾਰ ਕੇ ਮਨ ਰੋ ਰਿਹਾ। ਇਕਲੌਤਾ ਬੱਚਾ, ਇੱਕ ਮਾਂ ਦਾ, ਇੱਕ ਪੇ ਦਾ ਪੁੱਤਰ, ਭੈਣ ਦਾ ਭਰਾ ਚਲੇ ਜਾਵੇ, ਜਿਹੜੀ ਭੈਣ ਇਹ ਕਰਦੀ ਹੋਵੇਗੀ ਕਿ ਮੈਂ ਰੱਖੜੀ ਮੇਰੀ ਭਰਾ ਬੰਨੇਗਾ ਕੱਲ ਨੂੰ, ਉਹ ਭੈਣ ਕਿੱਦਾਂ ਦੀ ਹੋਵੇਗੀ। ਵੈਰੀ ਸੈਡ। ਆਓ ਸਾਨੂੰ ਤੁਸੀਂ ਕਾਲ ਕਰੋ, ਪਰਿਵਾਰ ਨੂੰ ਹਮਦਰਦੀ ਭੇਜੋ, ਔਰ ਕੋਈ ਪੈਸਾ ਅੱਜ ਅਸੀਂ ਨਹੀਂ ਕਹਾਂਗੇ ਕਿ ਦਿੱਤਾ ਜਾਵੇ, ਔਰ ਪੈਸਾ ਜਿਹੜਾ ਹੈ ਇਹਨਾਂ ਦੇ ਗੋ ਫੰਡ ਤੁਸੀਂ ਦੇਣਾ, ਔਰ ਸਾਡੇ ਸਟਾਫ ਨੂੰ, ਸਾਨੂੰ ਮੈਨੇਜਮੈਂਟ ਨੂੰ, ਸਾਡੀ ਨੂੰ ਕਿਸੇ ਨੇ ਕਿਸੇ ਤਰ੍ਹਾਂ ਦੀ ਵੀ ਈਮੇਲ ਜਾਂ ਕੋਈ ਪੈਸਾ ਨਹੀਂ ਭੇਜਣਾ। ਸਿਰਫ ਅਸੀਂ ਗੋ ਫੰਡ ਤੁਹਾਨੂੰ ਦੇ ਰਹੇ ਹਾਂ, ਜਿਹੜਾ ਕਿ ਤੁਸੀਂ ਉਸ ਗੋ ਫੰਡ ਤੇ ਹੀ ਪੈਸੇ ਦੇਣੇ ਆ। ਪਲੀਜ਼ ਉਹ ਗੋ ਫੰਡ ਅਸੀਂ ਤੁਹਾਨੂੰ ਦੇ ਰਹੇ ਹਾਂ, ਉਸ ਗੋ ਫੰਡ ਤੇ ਇਸ ਪਰਿਵਾਰ ਨੂੰ ਮਦਦ ਕਰੋ। ਮੈਂ ਕਮਿਊਨਿਟੀ ਤੋਂ ਕੁਝ ਕਾਲ ਲੈਣੇ ਚਾਹਾਂਗਾ ਕਿ ਇਹ ਹੁਣ ਜਿਹੜੀ ਫੈਕਟਰੀ ਹੈ, ਇਹਦੇ ਫੈਕਟਰੀ ਦੇ ਜਿਹੜੇ ਪ੍ਰਬੰਧਕ ਆ ਜਾਂ ਇਹ ਫੈਕਟਰੀ ਦੇ ਵਿੱਚ ਲੋਕ ਸੀਗੇ, ਜਿਹੜੇ ਸੁਪਰਵਾਈਜ਼ਰ ਸੀ ਜਾਂ ਮੈਨੇਜਰ ਸੀ, ਉਹ ਆਪਣੇ ਇਹਨਾਂ ਦੇ ਕਹਿਣ ਦੇ ਮੁਤਾਬਕ ਅਪਰਾਧ ਜੀ ਸ਼ੋਰ ਕੇ ਸਾਰੇ ਫੈਕਟਰੀ ਵਿੱਚੋਂ ਭੱਜ ਗਏ, ਦਫ਼ਤਰ ਵਿੱਚੋਂ। ਹਾਂਜੀ, ਸਾਰੇ ਭੱਜ ਗਏ ਸੀਗੇ। ਹਾਂਜੀ। ਅੱਛਾ, ਹੁਣ ਜਿਹੜੀ ਕਮਿਊਨਿਟੀ ਸਾਡੀ ਉਹ ਕੀ ਸੋਚਦੀ ਆ? ਤਾਂ ਜਿਹੜੇ ਏਜੰਸੀ ਜਿਹਨਾਂ ਨੇ ਭੇਜਿਆ ਆ, ਉਹ ਏਜੰਸੀ ਵਾਲਿਆਂ ਨੇ ਤੁਹਾਡੇ ਨਾਲ ਤਾਲਮੇਲ ਕੀਤਾ, ਉਹ ਵੀ ਰੂਪੋਸ਼ ਹੋ ਗਈ ਆ। ਅਪਰਾਧ ਜਿਹੜੀ ਏਜੰਸੀ ਵਾਲਿਆਂ ਨੇ ਭੇਜਿਆ ਸੀ, ਉਹਨਾਂ ਦਾ ਫੋਨ ਆਇਆ ਤੁਹਾਨੂੰ ਕੋਈ? ਨਹੀਂ ਸਰ, ਉਹਨਾਂ ਨੇ ਵੀ ਨਹੀਂ ਆਇਆ। ਇਹਦਾ ਮਤਲਬ ਕਿ ਇਹ ਏਜੰਸੀਆਂ ਵੀ ਸਰ ਪੈਸੇ ਬਣਾਉਣ ਤੱਕ ਆ। ਹੁਣ ਮੈਂ ਕਮਿਊਨਿਟੀ ਨੂੰ ਬੇਨਤੀ ਕਰਨੀ ਚਾਹਾਂਗਾ, 20 ਸਾਲ ਦੇ ਬੱਚੇ ਦੀ ਮੌਤ ਹੋਈ ਆ, ਤੁਸੀਂ ਕੈਨੇਡਾ ਅਮਰੀਕਾ 'ਚ ਬੈਠੇ ਕੀ ਕਹਿਣਾ ਚਾਹੁੰਦੇ ਹੋ ਕਮਿਊਨਿਟੀ ਨੂੰ, ਆਉਣ ਵਾਲੇ ਬੱਚਿਆਂ ਨੂੰ ਜਿਹੜੇ ਕੰਮ ਕਰਦੇ ਨੇ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋ
ਕਿ ਤੁਸੀਂ ਉੱਥੇ ਕੰਮ ਕਰੋ ਜਿੱਥੇ ਪਹਿਲੀ ਗੱਲ ਹੈ ਕਿ ਜੇ ਤੁਹਾਨੂੰ ਆਗਿਆਕਾਰ ਕੰਮ ਕਰੋ। ਦੂਜੀ ਗੱਲ ਇਹ ਆ ਕਿ ਜਿੱਥੇ ਸੇਫਟੀ ਹੈ ਔਰ ਸੇਫਟੀ ਮਸਟ ਹੈ, ਤੁਹਾਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ। ਪਹਿਲਾਂ ਇਹਨਾਂ ਨੂੰ ਇਹੋ ਜਿਹੀਆਂ ਮਸ਼ੀਨਾਂ ਜਿੱਥੇ ਆ ਉੱਥੇ ਤੁਸੀਂ ਕੰਮ ਨਾ ਕਰੋ। ਜੇ ਕੰਮ ਕਰਨਾ ਤੁਹਾਡੇ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਆ। ਕੀ ਖਿਆਲ ਤੁਹਾਡਾ? ਆਓ ਸਾਨੂੰ ਕਾਲ ਕਰੋ। ਤੁਸੀਂ ਕਈ ਵਾਰੀ ਕਾਲ ਨਹੀਂ ਕਰਦੇ, ਅੱਜ ਕਾਲ ਹੋਣੀ ਬਹੁਤ ਜ਼ਰੂਰੀ ਆ। ਔਰ ਇਹਦੇ ਨਾਲ ਜਿਹੜੇ ਹੋਰ ਬੱਚੇ ਵੀ ਕੰਮ ਕਰਦੇ ਆ ਗੈਰ ਕਾਨੂੰਨੀ ਤੌਰ ਤੇ, ਉਹਨਾਂ ਨੂੰ ਕੀ ਸਲਾਹ ਦੇਈਏ ਕਿ ਭਾਈ ਜਿੱਥੇ ਮਸ਼ੀਨਾਂ ਨੇ ਆਪਰੇਟ ਹੁੰਦੀਆਂ ਉੱਥੇ ਤੁਸੀਂ ਇੱਕ ਕੜਾ ਨਾ ਪਾ ਕੇ ਜਾਓ ਔਰ ਫੋਨ ਨਾ ਲੈ ਕੇ ਜਾਓ। ਬੱਚੇ ਸਾਡੇ ਫੋਨ ਨਹੀਂ ਲਿਜਾਣੋਂ ਹਟਦੇ, ਚੋਰੀ ਫੋਨ ਲਿਜਾਂਦੇ, ਗੱਲ ਕਰਦੇ ਆ ਕਿ ਬੱਚੇ ਧਿਆਨ। ਮੈਂ ਨਹੀਂ ਕਹਿੰਦਾ ਕਿ ਇਹ ਬੱਚੇ ਨੇ ਫੋਨ ਲਿਆ ਹੋਊਗਾ ਜਾਂ ਕੜਾ ਪਾਇਆ ਹੋਊਗਾ, ਮੈਂ ਨਹੀਂ ਕਹਿ ਰਿਹਾ, ਮੈਂ ਸਧਾਰਨ ਗੱਲ ਕਰ ਰਿਹਾ ਕਿ ਬੱਚੇ ਦੀ ਮੌਤ ਦਾ ਕਾਰਨ ਔਰ ਬੈਲਟ ਦੀ ਲਪੇਟ ਦੇ ਵਿੱਚ ਆਣ ਕੇ ਬੋਡੀ ਜਿਹੜੀ ਆ ਪੂਰੀ ਫਿਸ ਚੁੱਕੀ ਹੈ ਔਰ ਇਹਨਾਂ ਹਾਲਾਤਾਂ ਵਿੱਚ ਹੀ। ਆਓ ਮੈਂ ਤੁਹਾਡੀ ਕਾਲ ਦੀ ਉਡੀਕ ਵਿੱਚ ਹਾਂ। ਕਮਿਊਨਿਟੀ ਜਿਹੜੀ ਹੈ ਉਹ ਕੀ ਸਲਾਹ ਮਸ਼ਵਰਾ ਦੇਣਾ ਚਾਹੁੰਦੀ ਆ ਬੱਚਿਆਂ ਨੂੰ, ਜਿਹੜੇ ਬੱਚੇ ਫੈਕਟਰੀਆਂ ਵਿੱਚ ਕੰਮ ਕਰਨ ਜਾਂਦੇ ਆ, ਜਿਹੜੇ ਲੀਗਲ ਨਹੀਂ ਹੈ, ਉਹ ਪੈਸੇ ਦੀ ਖਾਤਰ ਜਾਣਾ ਪੈਂਦਾ ਆ, ਪਰ ਏਜੰਸੀਆਂ ਵਾਲੇ ਨੇ ਕਾਲ ਨਹੀਂ ਕੀਤਾ, ਫੈਕਟਰੀ ਵਾਲੇ ਫੈਕਟਰੀ ਬੰਦ ਕਰਕੇ ਭੱਜ ਗਏ। ਸਾਨੂੰ ਕੀ ਕਰਨਾ ਚਾਹੀਦਾ ਸਾਡੀ ਕਮਿਊਨਿਟੀ ਨੂੰ? ਆਓ ਕਾਲ ਕਰੋ, ਤੁਹਾਡੇ ਅਸੀਂ ਕਾਲ ਦੀ ਉਡੀਕ ਵਿੱਚ ਆ। ਸੋ ਸਾਹਿਬ ਹੁਣ ਦੇਖਦੇ ਕਿੰਨੇ ਕੁ ਲੋਕ ਕਾਲ ਕਰਦੇ, ਕਿੰਨੇ ਕੁ ਲੋਕ ਦੁੱਖ ਵਡਾਉਂਦੇ ਆ। ਸਰ ਸਲਾਹ ਦਿਓ ਕਿ ਫੈਕਟਰੀ ਵਾਲਿਆਂ ਨੇ ਫੈਕਟਰੀ ਕਿਉਂ ਛੱਡ ਕੇ ਭੱਜੇ ਆ? ਇਹ ਕਹਿ ਰਹੇ ਨੇ ਅਪਰਾਧ ਜੀ। ਅਪਰਾਧ ਜੀ ਨੇ ਇਹ ਵੀ ਕਿਹਾ ਆ ਉੱਥੇ ਸੁਪਰਵਾਈਜ਼ਰ ਵੀ ਨਹੀਂ ਰਿਹਾ, ਲੀਡ ਹੈਂਡ ਵੀ ਨਹੀਂ ਰਿਹਾ, ਔਰ ਉੱਥੇ ਇੱਕ ਆਪਣਾ ਪੰਜਾਬੀ ਮੁੰਡਾ ਹੀ ਰਿਹਾ। ਹਾਂਜੀ, ਉਸ ਮੁੰਡੇ ਦਾ ਨਾਮ ਪਤਾ ਤੁਹਾਨੂੰ? ਸਰ ਨਾਮ ਪਤਾ, ਪਰ ਉਹ ਕਹਿੰਦਾ ਵੀ ਮੇਰਾ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। ਆਈ ਸੀ। ਜਦੋਂ ਪੁਲਿਸ ਆਈ ਹੈ ਤਾਂ ਮੁੰਡਾ ਪੁਲਿਸ ਦੀ ਮਤਲਬ ਪੁਲਿਸ ਵਾਲੇ ਨੂੰ ਹੋਲਡ ਕਰ ਲਿਆ ਸੀ? ਹਾਂਜੀ। ਓਕੇ, ਤੇ ਜਦ ਤੁਸੀਂ ਗਏ ਤੁਹਾਨੂੰ ਵੀ ਪੁਲਿਸ ਨੇ ਪੁੱਛਿਆ ਕੁਝ? ਮੈਨੂੰ ਤੇ ਪਹਿਲਾਂ ਪੁਲਿਸ ਨੇ ਆਉਣ ਨਹੀਂ ਦਿੱਤਾ ਸਰ ਉੱਥੇ ਜੀ, ਪਰ ਮੈਂ ਕਿਹਾ ਵੀ ਮੈਂ ਸੀਨ ਤੇ ਆਉਣਾ, ਮੈਂ ਉਹਨੂੰ ਵੇਖਣਾ। they didn't let me to enter, ਅੰਦਰ ਵੀ ਨਹੀਂ ਜਾਣ ਦਿੱਤਾ, ਨਾ ਦੇਖਣ ਦਿੱਤਾ, ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਉਹ ਨਹੀਂ ਚਾਹੁੰਦੇ ਕੋਈ ਵਿਘਨ ਪਾਇਆ ਜਾਵੇ। ਔਰ ਅਸੀਂ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕਿਸੇ ਕਿਸਮ ਦਾ ਵਿਘਨ ਨਹੀਂ ਪਾਉਣਾ ਚਾਹੁੰਦੇ। ਹੁਣ ਪੁਲਿਸ ਹੈਂਡਲ ਕਰ ਰਹੀ ਹੈ ਔਰ ਪੁਲਿਸ ਜਿਹੜੀ ਹੈ ਉਹ ਕਾਰਵਾਈ ਕਰੂਗੀ। ਇਹ ਕੱਲ ਸਵੇਰ ਦੀ 7:30 ਵਜੇ ਦੀ ਗੱਲ ਹੈ, ਕੱਲ ਜਾਣੀ ਕਿ 28 ਅਗਸਤ ਨੂੰ ਇਹ ਭਾਣਾ ਵਾਪਰਿਆ। ਹਾਂਜੀ। ਤਾਂ ਤੁਸੀਂ ਕਿੰਨੇ ਘੰਟੇ ਬਾਅਦ ਉਹਨਾਂ ਦੇ ਮਦਰ ਨੂੰ ਫੋਨ ਕੀਤਾ? ਸਿਸਬ ਨੇ ਪਿੰਡ ਦਾ ਮਾਹੌਲ ਜਾਣਨ ਵਾਸਤੇ ਕਾਲ ਕਰੋਗੇ ਪੰਜਾਬ ਜੀ। ਹੁਣ ਮੈਂ ਕਮੇਟੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਸਾਨੂੰ ਤੁਸੀਂ ਕਾਲ ਕਰੋ ਕਿ ਇਹ ਫੈਕਟਰੀ ਦੇ ਮਾਲਕ ਜਿਹੜੇ ਵੀ ਆਪਰੇਟ ਕਰਨ ਦੇ ਉਸ ਸਮੇਂ ਸ਼ਿਫਟ ਦੇ ਇੰਚਾਰਜ ਸੀਗੇ, ਉਹ ਭੱਜ ਕਦੋਂ ਗਏ ਆ? ਉਹਨਾਂ ਭੱਜਣ ਦਾ ਕਾਰਨ ਕੀ ਆ? ਉਹਨਾਂ ਦੀ ਗਲਤੀ ਹੋਊਗੀ ਜਾਂ ਸੇਫਟੀ ਮੇਜਰ ਉਹਨਾਂ ਨਹੀਂ ਲੈ ਤਾਂ ਹੀ ਕੋਈ ਇਦਾਂ ਕਰ। ਉਹਨਾਂ ਦੇ ਸੇਫਟੀ ਜਿਹੜੇ ਮੇਜਰਮੈਂਟ ਜਿਹੜੇ ਆ ਉਹ ਪ੍ਰੋਪਰ ਨਾ ਹੋਣਗੇ। ਹਾਂਜੀ। ਸੋ ਆਓ ਸਾਨੂੰ ਕਾਲ ਕਰੋ, ਹੁਣ ਦੇ ਦੇ ਕਿ ਸਮੱਸਿਆ ਹੈ ਕਿ ਸਾਡੇ ਲੋਕ ਜਿਹੜੇ ਨੇ ਫੋਨ ਨਹੀਂ ਕਰਦੇ, ਪਤਾ ਨਹੀਂ ਲੋਕਾਂ ਨੂੰ ਪ੍ਰੋਬਲਮ ਕੀ ਆ। ਪ੍ਰਵਾਸ ਸਾਹਿਬ ਉਹ ਭੱਜ ਜਿੱਥੇ ਮਰਜ਼ੀ ਲੈਣ, ਮਤਲਬ ਕਿ ਹੋ ਸਕਦਾ ਉਹ ਕਈ ਵਾਰੀ ਅਪਡੇਟ ਮਤਲਬ ਕਿ ਅਪਸੈਟ ਹੋ ਜਾਂਦੇ ਆ, ਜਾਂ ਜਿੱਦਾਂ ਕੋਈ ਮਤਲਬ ਕਿ ਸ਼ੂਟਿੰਗ ਵਗੈਰਾ ਹੁੰਦੀ ਉਹਨਾਂ ਨੂੰ ਉਹ ਪਾਸੇ ਹੀ ਕਰ ਦਿੰਦੇ ਆ, ਮਤਲਬ ਕਿ ਸਾਰਾ ਸਿਸਟਮ ਨਾ ਕਿ ਅਸੀਂ ਇਨਵੈਸਟੀਗੇਸ਼ਨ ਕਰਨੀ ਆ, ਕਿਉਂਕਿ ਲੇਬਰ ਮਿਨਿਸਟਰੀ ਇਨਵੋਲਵ ਆ ਵਿੱਚ, ਉਹ ਕਿਤੇ ਮਤਲਬ ਕਿ ਐਂ ਲੁਕ ਤਾਂ ਸਕਦੇ ਨਹੀਂ, ਹੈ ਨਾ। ਸੋ ਹਜੇ ਅੰਦਰਲੀ ਗੱਲ ਦਾ ਕੁਝ ਨਹੀਂ ਪਤਾ ਆਪਾਂ ਨੂੰ, ਜੇ ਉਹ ਸਾਹਮਣੇ ਨਹੀਂ ਦਿਸੇ ਤਾਂ ਆਪਾਂ ਇਹੀ ਕੰਸੀਡਰ ਕਰਦੇ ਹਾਂ ਕਿ ਉਹ ਭੱਜ ਗਏ। ਅੱਛਾ, ਹੁਣ ਇਹਨਾਂ ਨੇ ਕਹਿਣ ਦੇ ਮੁਤਾਬਕ ਔਰ ਸਾਨੂੰ ਕਈ ਵਾਰ ਕੋਈ ਨਹੀਂ ਪਤਾ, ਅਸੀਂ ਪੁਸ਼ਟੀ ਕਰਨੀ ਬਾਕੀ ਹੈ। ਹੁਣ ਮੈਂ ਕਮਿਊਨਿਟੀ ਨੂੰ ਬੇਨਤੀ ਕਰਨੀ ਚਾਹਾਂਗਾ, ਐਟਲੀਸਟ ਸਾਨੂੰ ਇੱਕ ਬੰਦਾ ਤੇ ਕਾਲ ਕਰ ਲਓ। ਤੁਸੀਂ ਲੱਖਾਂ ਹੀ ਮਿਲੀਅਨ ਲੋਕ ਮੈਨੂੰ ਆਵਾਜ਼ ਕਰ ਰਹੇ ਹੋ, ਤੁਹਾਡੇ ਮਨ ਦੇ ਵਿੱਚ ਹਮਦਰਦੀ ਹੈ ਹੀ ਨਹੀਂ ਕਿਸੇ ਦੇ ਵੀ, ਕਿਸੇ ਮਾਂ ਦੇ, ਕਿਸੇ ਭੈਣ ਦੇ, ਭਰਾ ਦੇ, ਬਜ਼ੁਰਗ ਦੇ ਜਿਹੜੇ ਮੈਨੂੰ ਰੋਜ਼ ਸੁਣਦੇ ਆ, ਕੋਈ ਹਮਦਰਦੀ ਹੈ ਹੀ ਨਹੀਂ ਯਾਰ ਤੁਹਾਡੇ 'ਚ। ਤੁਸੀਂ ਸਲਾਹ ਤਾਂ ਦਿਓ ਨਾ ਕੀ ਕਰੀਏ ਆਉਣ ਵਾਲੇ ਦਿਨਾਂ ਵਿੱਚ, ਇਹ ਉਹਨਾਂ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ। ਸਿਸਟਮ ਲਾਈਨ ਮੈਨੂੰ ਦਿਓ 1